ਤੇ ਹੁਕਮ ਉਹ ਬੁੱਝਦਾ ਜਿਹਦੇ ਉੱਤੇ ਉਹਦੀ ਕਿਰਪਾ ਨਾਲ, ਉਹਦੀ ਰਜ਼ਾ ਨਾਲ, ਉਹਦੀ ਰਹਿਮਤ ਨਾਲ ਆਪਣੀਆਂ ਬਖਸ਼ਾਂ ਹੋ ਜਾਣ। ਮੈਂ ਇੱਥੇ ਥੋੜਾ ਜਿਹਾ ਰੋਕ ਕੇ ਦੇ ਆਪਾਂ ਅਰਥ ਕਰ ਲੈਂਦੇ ਹਾਂ ਜੀ, ਅਖਰੀ ਅਰਥ ਕਰ ਲੈਨੇ। ਇਹ ਸ਼ਬਦ ਹੁਕਮ ਆਇਆ ਹੈ ਕਿਉਂਕਿ ਅਸੀਂ ਅੱਜ ਹਰ ਗੁਰਦੁਆਰੇ ਵਿੱਚ ਇੱਕ ਲਫ਼ਜ਼ ਵਰਤਨੇ ਹੁਕਮਨਾਮਾ। ਵੇਖੋ ਸ਼ਬਦ ਸਾਰੇ ਵਰਤਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿਹੜਾ ਇਹ ਸ਼ਬਦ ਅੱਜ ਹੁਕਮਨਾਮਾ ਰੂਪ ਹੈ, ਜਿਸ ਦਿਨ ਪ੍ਰਕਾਸ਼ ਕੀਤਾ ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਸਤਿਗੁਰਾਂ ਨੇ ਬਚਨ ਕਹੇ, ਉਹਨੂੰ ਭਾਈ ਸੰਤੋਖ ਸਿੰਘ ਨੇ ਹੁਕਮ ਦੀ ਥਾਂ ਤੇ ਆਵਾਜ਼ਾ ਕਿਹਾ ਹੈ। ਜਦੋਂ ਪਹਿਲਾ ਪ੍ਰਕਾਸ਼ ਕੀਤਾ ਤੇ ਗੁਰਪ੍ਰਤਾਪ ਸੂਰਜ ਵਿੱਚ ਹੈ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੇ ਸਾ ਪੰਥ। ਗੱਲ ਧਿਆਨ ਨਾਲ ਸੁਣਿਓ, ਲਫ਼ਜ਼ ਉਦੋਂ ਆਵਾਜ਼ ਹੈ, ਲਿਖੋ ਆਵਾਜ਼, ਸੁਣੇ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਇਹਦਾ ਮਤਲਬ ਆਵਾਜ਼ ਦਾ ਅਰਥ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ। ਸਾਡੇ ਪੁਰਾਣੇ ਬਜ਼ੁਰਗ ਵੀ ਅੱਜ ਤੇ ਹੁਣ ਚਲੋ ਨਹੀਂ ਇੰਨਾ ਮਿਲਦਾ ਸੁਣਨ ਨੂੰ, ਕਿ ਅੰਮ੍ਰਿਤ ਵੇਲੇ ਜਦੋਂ ਭਾਈ ਸਾਹਿਬ ਪਿੰਡ ਵਿੱਚ ਪ੍ਰਕਾਸ਼ ਕਰਕੇ ਸਤਿਗੁਰਾਂ ਦਾ ਸ਼ਬਦ ਪੜ੍ਹਦੇ ਸਨ ਤੇ ਉਹ ਕਹਿੰਦੇ ਹੁੰਦੇ ਸਨ, ਇੰਨੇ ਵਜੇ ਅੱਜ ਬਾਬਾ ਜੀ ਨੇ ਆਵਾਜ਼ਾ ਦਿੱਤਾ, ਆਵਾਜ਼ਾ ਲਿਆ। ਇਹ ਆਵਾਜ਼ਾ ਜਿਹੜਾ ਸ਼ਬਦ ਹੈ, ਇਹ ਮਿਸਲ ਕਾਲ ਦੇ ਵੇਲੇ ਇਹ ਵਾਕ ਦੇ ਰੂਪ ਵਿੱਚ ਵੀ ਆਇਆ, ਕਿਉਂਕਿ ਬਾਣੀ ਵਿੱਚ ਚਲੋ ਸ਼ਬਦ ਵਾਕ ਆਇਆ ਹੈ, ਪਰ ਉਸ ਵਕਤ ਇਹ ਸ਼ਬਦ ਇੱਕ ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜਦੋਂ ਕਸੂਰ ਦੇ ਹਾਕਮ ਉਸਮਾਨ ਖਾਨ ਨੇ, ਐਡਾ ਜ਼ਾਲਮ ਬਿਰਤੀ ਵਾਲਾ ਸੀ ਜੀ, ਕਿਸੇ ਦੀ ਵੀ ਧੀ ਭੈਣ ਉਹਦੇ ਰਾਜ ਵਿੱਚ ਮਹਿਫੂਜ਼ ਨਹੀਂ ਸੀ, ਉਹ ਆਪ ਕਾਮੁਕ ਤੇ ਹੰਸਿਆਰਾ ਸੀ। ਉਹਨੇ ਇੱਕ ਬ੍ਰਾਹਮਣ ਦੇ ਘਰੋਂ ਬੀਬੀ ਨੂੰ ਆਪਣੇ ਘਰ ਧੱਕੇ ਨਾਲ ਪਾ ਲਿਆ। ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਇਆ, ਉਹਦੇ ਕੋਲ 12 ਕਿਲੇ ਸਨ। ਸਿੱਖ ਜਿਹੜੇ ਸਨ ਇੱਥੇ ਗਿਣਤੀ ਦੇ ਸਨ। ਉਸ ਵਕਤ ਇੱਕ ਦੁਬਿਧਾ ਪੈਦਾ ਹੋ ਗਈ ਕਿ ਕੀ ਆਪਾਂ ਇਸ ਫਰਿਆਦੀ ਬੰਦੇ ਦੇ ਸਾਥ ਦੇਣ ਲਈ ਕਸੂਰ ਤੇ ਹਮਲਾ ਕਰੀਏ ਜਾਂ ਆਪਾਂ ਹੋਰ ਸਿੰਘਾਂ ਦੀ ਖਾਲਸੇ ਦੀ ਇੰਤਜ਼ਾਰ ਕਰੀਏ। ਇਸ ਦੁਬਿਧਾ ਦੇ ਵਿੱਚੋਂ ਪਿਆਰਿਓ ਯਾਦ ਰੱਖਿਓ, ਸਿੱਖਾਂ ਦਾ ਇਸ਼ਟ, ਸਿੱਖਾਂ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ, ਅਸੀਂ ਉਸ ਇਤਿਹਾਸ ਵਿੱਚੋਂ ਦੇਖਦੇ ਹਾਂ ਦੁਬਿਧਾ ਪੈਦਾ ਹੋਈ। ਉਸੇ ਵਕਤ ਦੁਬਿਧਾ ਮੇਟ ਦਿੱਤੀ ਜੀ। ਕਹਿੰਦੇ ਆਪਣੇ ਆਪਣੇ ਵਿਚਾਰ ਨਾ ਦਿਓ, ਹਮਲਾ ਕਰਨਾ ਜਾਂ ਨਹੀਂ ਕਰਨਾ, ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾ ਕਰਕੇ ਹੁਕਮਨਾਮਾ ਲੈ ਲਈਏ। ਰਤਨ ਸਿੰਘ ਭੰਗੂ ਨੇ ਤਾਂ ਸ਼ਬਦ ਵੀ ਲਿਖੇ ਨੇ ਜੀ, ਜਿਹੜੇ ਅਰਦਾਸ ਵਿੱਚ ਕਹੇ, ਉਹ ਅਰਦਾਸ ਵੀ ਸ਼ਬਦ ਸਨ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਕਿੱਡਾ ਸ਼ਰਧਾ ਵਾਲਾ ਸ਼ਬਦ ਹੈ ਜੀ। ਇਹਦਾ ਮਤਲਬ ਤੂੰ ਸੱਚੇ ਪਾਤਸ਼ਾਹ, ਤੁਸੀਂ ਪ੍ਰਤੱਖੋ, ਸ੍ਰੀ ਗੁਰੂ ਗ੍ਰੰਥ ਤੂੰ ਸੱਚੀ ਹੈ ਦੇ, ਗੁਰੂ ਗ੍ਰੰਥ ਤੂੰ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਉੱਥੇ ਸ਼ਬਦ ਵਾਕ ਆਇਆ। ਅੱਗੇ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਉਹ ਆਇਆ ਪੰਜੇ ਬੱਧੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਵਾ। ਗੁਰਮੁਖੋ ਉਸ ਵਕਤ ਵਾਕ ਸ਼ਬਦ ਵੀ ਆਇਆ। ਮੈਂ ਇਹ ਨਹੀਂ ਕਿ ਇਤਿਹਾਸ ਕੋਈ ਸੁਣਾ ਰਿਹਾ, ਸਿਰਫ ਮੇਰੀ ਇੱਕ ਬੇਨਤੀ ਸੀ, ਆਪਾਂ ਸਿਰਫ ਹੁਕਮ ਲਫ਼ਜ਼ ਅੱਜ ਆਇਆ। ਇਹ ਲਫ਼ਜ਼ ਕਿੱਥੋਂ ਆਇਆ? ਭਾਰਤ ਦਾ ਲਫ਼ਜ਼ ਹੈ ਜਾਂ ਬਾਹਰੋਂ ਆਇਆ ਸ਼ਬਦ ਹੈ? ਗੁਰਬਾਣੀ ਵਿੱਚ ਤਾਂ ਇਸ ਦੀ ਬਹੁਤ ਵਰਤੋਂ ਕੀਤੀ ਸਤਿਗੁਰਾਂ ਨੇ। ਮੇਰੀ ਬੇਨਤੀ ਹੈ, ਉਸ ਵਕਤ ਜਦੋਂ ਸਿੰਘ ਅਰਦਾਸ ਕਰਕੇ ਗਏ ਜੀ ਵੀ ਚਲੋ ਹਮਲਾ ਕਰੋ, ਮਹਾਰਾਜ ਜੀ ਨੇ ਕਿਹਾ ਫਤਿਹ ਮਿਲੇਗੀ। ਅੰਮ੍ਰਿਤਸਰ ਸਾਹਿਬ ਜੀ ਨੂੰ ਨਿਕਲਦਿਆਂ ਇੱਕ ਬਜ਼ੁਰਗ ਨਿਹੰਗ ਸਿੰਘ ਨੂੰ ਕਿਸੇ ਵਸਨੀਕ ਨੇ ਪੁੱਛਿਆ, ਖਾਲਸਾ ਜੀ ਅੱਜ ਫੌਜਾਂ ਕਿੱਥੇ ਚੜ੍ਹਾਈ ਕਰਨ ਲੱਗੀਆਂ? ਕਹਿਣ ਲੱਗੇ ਜੀ ਕਸੂਰ ਫਤਿਹ ਕਰਨ ਚੱਲੇ ਆ, ਕਸੂਰ ਜਿੱਤਣ ਚੱਲੇ ਆ। ਸਵਾਲ ਹੀ ਵੇਖੋ, ਕਿੱਡੀ ਚੜ੍ਹਦੀ ਕਲਾ ਸੀ, ਹਾਰ ਕੇ ਆਉਣੇ, ਜਿੱਤਣ ਚੱਲੇ ਆ ਜੀ, ਫਤਿਹ ਕਰਨ ਚੱਲੇ ਆ। ਉਹਨੇ ਅੱਗੋਂ ਕਿਹਾ ਤੁਹਾਨੂੰ ਪਤਾ ਉਹਦੀ ਤਾਕਤ ਕਿੰਨੀ ਹੈ? ਅੱਗੋਂ ਬਜ਼ੁਰਗ ਕਹਿੰਦਾ ਤੈਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੀ ਤਾਕਤ ਕਿੰਨੀ ਹੈ, ਇਸ ਵਾਕ ਦੀ ਤਾਕਤ ਕਿੰਨੀ ਹੈ? ਉਸ ਬਜ਼ੁਰਗ ਨੇ ਚੱਲਦਿਆਂ ਕਿਹਾ, ਦਈ ਗੁਰੂ ਗ੍ਰੰਥ ਆਵਾਜ਼ ਸੋ ਕਰੋਗੋ ਹਮਰੇ ਕਾਜ। ਕਹਿੰਦਾ ਉੱਥੇ ਮੈਂ ਅਰਜ਼ ਕਰਾਂ, ਸ਼ਬਦ ਆਵਾਜ਼ ਵਰਤਿਆ, ਫਿਰ ਸ਼ਬਦ ਵਾਕ, ਫਿਰ ਮੁੱਖ ਵਾਕ। ਅੱਜ ਅਸੀਂ ਤਕਰੀਬਨ ਹਰ ਗੁਰਦੁਆਰੇ ਅੰਦਰ ਇਹ ਲਫ਼ਜ਼ ਪੜ੍ਹਦੇ ਹਾਂ, ਹੁਕਮਨਾਮਾ। ਕਿਉਂਕਿ ਥੋੜ੍ਹੀ ਜਿਹੀ ਅਰਜ਼ ਇਸ ਸ਼ਬਦ ਦੇ ਸੰਬੰਧ ਵਿੱਚ ਹੈ। ਕੋਈ ਮੈਂ ਇਹ ਭਾਸ਼ਾ ਦਾ ਵਿਗਿਆਨੀ ਨਹੀਂ, ਮੇਰੀ ਸਿਰਫ ਇੱਕ ਬੇਨਤੀ ਹੈ ਕਿ ਸਾਡਾ ਕੰਮ ਹੈ ਇਮਾਨਦਾਰੀ ਨਾਲ ਯਤਨ ਕਰੀਏ ਕਥਾ ਵਿੱਚ। ਹਾਂ, ਜੇ ਕਿਤੇ ਅਸੀਂ ਭੁੱਲ ਜਾਈਏ, ਅਸੀਂ ਥਿੜਕ ਜਾਈਏ, ਸੰਗਤ ਸੁਮਤ ਦਿੰਦੀ ਏ, ਗੁਰੂ ਸਾਹਿਬ ਬਖਸ਼ਦੇ ਜ਼ਰੂਰ ਆ,
ਜਾਣ ਬੁੱਝ ਕੇ ਭੁੱਲ ਨਾ ਬੰਦਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਹੁਕਮ ਸ਼ਬਦ ਜਿਹੜਾ ਹੈ ਗੁਰਮੁਖੋ, ਇਹ ਭਾਰਤ ਦਾ ਸ਼ਬਦ ਨਹੀਂ, ਇਹ ਮੁਸਲਮਾਨ ਹਮਲਾਵਰਾਂ ਨਾਲ ਭਾਰਤ ਵਿੱਚ ਆਇਆ ਹੈ। ਇਹ ਅਰਬੀ ਦਾ ਸ਼ਬਦ ਹੈ ਹੁਕਮ। ਹੁਕਮ ਦਾ ਅਰਥ ਇਹਦੇ ਬਰਾਬਰ ਇੱਕ ਸ਼ਬਦ ਹੈ ਫੁਰਮਾਨ, ਇੱਕ ਸ਼ਬਦ ਹੈ ਆਗਿਆ, ਇੱਕ ਸ਼ਬਦ ਆਪਾਂ ਵਰਤ ਲਾਂਗੇ ਹੋਰ ਹਿੰਦੀ ਵਿੱਚੋਂ ਆਦੇਸ਼। ਫਿਰ ਅਰਜ ਹੈ ਹੁਕਮ, ਫੁਰਮਾਨ, ਆਗਿਆ, ਆਦੇਸ਼। ਉਂਝ ਸਤਿਗੁਰਾਂ ਨੇ ਇਹ ਸਾਰੇ ਸ਼ਬਦ ਵਰਤੇ ਜੀ। ਗੁਰੂ ਗ੍ਰੰਥ ਸਾਹਿਬ 'ਚ ਹੁਕਮ ਵੀ ਵਰਤਿਆ, ਆਗਿਆ ਵੀ ਵਰਤੀ, ਆਦੇਸ਼ ਵੀ ਵਰਤਿਆ। ਸਤਿਗੁਰਾਂ ਨੇ ਫੁਰਮਾਨ ਲਫ਼ਜ਼ ਦੀ ਵੀ ਵਰਤੋਂ ਕੀਤੀ। ਹੁਣ ਹੁਕਮ ਕੀ ਹੈ? ਇਹਨੂੰ ਅੰਗਰੇਜ਼ੀ ਵਿੱਚ ਮੇਰਾ ਖਿਆਲ ਸ਼ਾਇਦ ਆਰਡਰ ਕਹਿੰਦੇ ਹੁੰਦੇ ਆ ਲੋਕ। ਹੁਕਮ ਪੱਛਮ ਵਿੱਚ ਜ਼ਿਆਦਾਤਰ ਵਰਤਿਆ ਜਾਂਦਾ ਸੀ ਬਾਦਸ਼ਾਹ ਦੇ ਕੀਤੇ ਹੋਏ ਫੁਰਮਾਨ ਨਾਲ। ਬਾਦਸ਼ਾਹ ਨੇ ਆਗਿਆ ਕਰ ਦਿੱਤੀ ਜੋ ਉਹ ਹੁਕਮ ਹੈ, ਉਹਨੂੰ ਮੰਨਣਾ ਪੈਣਾ ਹੈ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਜਿਹੜਾ ਸ਼ਬਦ ਬਾਦਸ਼ਾਹ ਵਾਸਤੇ ਇਹ ਬੜੀ ਸੌਖੀ ਸਮਝ ਪੈਗੀ ਜੀ। ਮੈਂ ਜ਼ਿਆਦਾ ਕੋਈ ਡੂੰਘੀ ਗੱਲ ਨਹੀਂ ਕਰਨੀ, ਆਪਾਂ ਬੜੇ ਸੌਖੇ ਸਮਝਾਂਗੇ। ਤੇ ਉਸ ਬਾਣੀ ਵਿੱਚੋਂ ਜਿਹੜੀ ਰੋਜ਼ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿਹੜਾ ਸ਼ਬਦ ਹੁਕਮ ਵਿੱਚ ਵਰਤਿੰਦਾ ਸੀ, ਹਾਲਾਂਕਿ ਕੁਰਾਨ ਵਿੱਚ ਹੁਕਮ ਲਫ਼ਜ਼ ਦੀ ਵਰਤੋਂ ਕੀਤੀ ਗਈ ਹੈ। ਹੁਕਮ ਦਾ ਅਰਥ ਇਹ ਕਹਿ ਲਓ ਆਰਡਰ, ਆਗਿਆ, ਆਦੇਸ਼। ਪਰ ਸਤਿਗੁਰਾਂ ਨੇ ਇਸ ਬਚਨ ਨੂੰ ਬੰਦੇ ਦੇ ਹੁਕਮ ਨਾਲ ਵੀ ਵਿਆਖਿਆ ਕੀਤੀ ਹੈ। ਤੇ ਹੁਕਮ ਸ਼ਬਦ ਦੀ ਵਿਆਖਿਆ ਜਿਹੜੀ ਹੈ ਗੁਰਮੁਖੋ, ਇਹ ਸਤਿਗੁਰਾਂ ਨੇ ਪਰਮਾਤਮਾ ਦੀ ਦੈਵੀ ਇੱਛਾ ਨਾਲ ਵੀ ਕੀਤੀ ਹੈ, ਦੈਵੀ ਵਿਧਾਨ ਨਾਲ ਵੀ ਕੀਤੀ ਹੈ, ਉਹਦੇ ਰੂਹਾਨੀ ਨੇਮ ਨਾਲ ਵੀ ਕੀਤੀ ਹੈ। ਮੰਨ ਲਓ ਇੱਕ ਅਸੀਂ ਪਾਠ ਕਰਨੇ, ਅੱਗੇ ਮੈਂ ਬੇਨਤੀ ਕਰਾਂਗਾ ਜੀ, ਹੁਣ ਪਾਠ ਕਰਾਂਗੇ ਆਪਾਂ ਮਹਾਰਾਜ ਜੀ ਦਾ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਣ ਇਹ ਹੁਕਮ ਦੈਵੀ ਵਿਧਾਨ ਵਾਹਿਗੁਰੂ ਲਿਖਿਆ ਤੇ ਆਸਾਂ ਕੀ ਵਾਰ ਵਿੱਚ ਪੜ੍ਹਦੇ ਆ, ਹੁਕਮ ਕੀਏ ਮਨ ਭਾਵਦੇ। ਉਹ ਹੁਕਮ ਜਿਹੜਾ ਹੈ ਬੰਦੇ ਵਾਸਤੇ ਹੈ। ਮਹਾਰਾਜ ਕਹਿੰਦੇ ਹੁਕਮ ਕੀਏ ਮਨ ਭਾਵਦੇ, ਰਾਹ ਭੀੜਾ ਅੱਗੇ ਜਾਮਣਾ। ਇਹ ਤੇ ਹੁਕਮ ਦੇ ਲਫ਼ਜ਼ੀ ਅਰਥ ਕਰਾਂਗੇ ਬੰਦੇ ਦਾ ਹੁਕਮ। ਤੇ ਜਦੋਂ ਅਸੀਂ ਪਾਠ ਕਰਨੇ ਆ ਹੁਕਮ ਨਾ ਕਹਿਆ ਜਾਈ, ਇਹਦਾ ਲਫ਼ਜ਼ੀ ਅਰਥ ਹੋਵੇਗਾ ਅਕਾਲ ਪੁਰਖ ਦਾ ਹੁਕਮ। ਇਹ ਦੇਖਣਾ ਪੈਣਾ ਵੀ ਕਿਸ ਪ੍ਰਕਰਨ ਵਿੱਚ ਕਿਵੇਂ ਸ਼ਬਦ ਵਰਤਿਆ ਹੈ। ਉਂਝ ਹੁਕਮ ਦੇ ਲਫ਼ਜ਼ੀ ਅਰਥ ਕੀਤੇ ਜਾਂਦੇ ਨੇ ਜੀ ਆਰਡਰ ਜਾਂ ਫਰਮਾਨ। ਤੇ ਮੈਂ ਇੱਕ ਬੇਨਤੀ ਕਰਾਂ, ਸਾਡੇ ਵਿਦਵਾਨਾਂ ਨੇ ਇਹਦੇ ਲਈ ਜਿਹੜਾ ਸ਼ਬਦ ਵਰਤਿਆ ਦੈਵੀ ਇੱਛਾ, ਬੜਾ ਪਿਆਰਾ ਸ਼ਬਦ ਹੈ ਜੀ, ਕਿ ਪਰਮਾਤਮਾ ਦੀ ਆਪਣੇ ਅੰਦਰ ਪੈਦਾ ਹੋਇਆ ਫੁਰਨਾ ਇੱਛਾ, ਦੈਵੀ ਵਿਧਾਨ, ਉਹਦਾ ਸੰਸਾਰ ਨੂੰ ਚਲਾਉਣ ਦਾ ਨੇਮ, ਅਸੀਂ ਕਹਿੰਦੇ ਹਾਂ ਇਹ ਹੁਕਮ ਹੈ। ਪਿਆਰਿਓ, ਇਸ ਹੁਕਮ ਨੂੰ, ਹੁਕਮ ਤੋਂ ਬਿਨਾਂ ਕੁਛ ਵੀ ਨਹੀਂ। ਸੱਚ ਇਹ ਵੇ ਸਤਿਗੁਰਾਂ ਨੇ ਸ਼ਬਦ ਨੂੰ ਇੰਨਾ ਸਤਿਕਾਰ ਦਿੱਤਾ ਕਿ ਕੁਛ ਵੀ ਹੁਕਮ ਤੋਂ ਬਿਨਾਂ ਹੋ ਨਹੀਂ ਸਕਦਾ। ਇੱਥੇ ਚੰਗਿਆਈ, ਬੁਰਾਈ, ਪਾਪ, ਪੁੰਨ, ਸੰਤ, ਅਸੰਤ, ਪੁੰਨੀ, ਪਾਪੀ, ਸਭ ਉਹਦੇ ਹੁਕਮ ਦਾ ਵਰਤਾਰਾ ਵਰਤਿਆ ਪਿਆ ਹੈ। ਉਸ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਹਾਂ, ਇੱਥੇ ਇੱਕ ਮੈਂ ਅਰਜ਼ ਹੋਰ ਕਰਨੀ ਹੈ। ਇੱਕ ਇਨਸਾਨ ਹੁਕਮ ਕਰਦਾ ਹੈ। ਮੰਨ ਲਓ ਇਹ ਪਿਛਲੇ ਸਾਲਾਂ 'ਚ ਵੀ ਕਿਹਾ ਸੀ ਕਿ ਬਾਦਸ਼ਾਹ ਹੁਕਮ ਕਰਦਾ। ਆਪਾਂ ਦੇਖੋ ਹੁਕਮ ਤੇ ਹੁਕਮੀ ਦੋ ਸ਼ਬਦ ਆਉਣਗੇ ਅੱਗੇ। ਬਾਦਸ਼ਾਹ ਹੁਕਮ ਕਰਦਾ ਹੈ ਪਰ ਉਹ ਹੁਕਮ ਦੇ ਨਾਲ ਨਹੀਂ ਰਹਿੰਦਾ। ਫਿਰ ਮੈਂ ਗੱਲ ਦੁਹਰਾਉਣ ਲੱਗਾ। ਇੱਕ ਬਾਦਸ਼ਾਹ ਕਹਿ ਲਓ, ਪ੍ਰੈਜ਼ੀਡੈਂਟ ਕਹਿ ਲਓ, ਰਾਜਾ ਕਹਿ ਲਓ, PM ਕਹਿ ਲਓ, CM ਕਹਿ ਲਓ, ਜਿਹੜੇ ਮਰਜ਼ੀ ਸ਼ਬਦ ਵਰਤੋ। ਇੱਕ ਰਾਜਾ, ਇੱਕ ਬਾਦਸ਼ਾਹ ਕਿਸੇ ਕੰਮ ਕਰਨ ਵਾਸਤੇ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੰਦਾ ਹੈ, ਉਹ ਸਾਈਨ ਕਰ ਦਿੰਦਾ ਹੈ ਆਰਡਰ ਦੇ ਉੱਤੇ, ਪਰ ਕਦੀ ਉਸ ਹੁਕਮ ਦੇ ਨਾਲ ਬਾਦਸ਼ਾਹ ਆਪ ਹਾਜ਼ਰ ਹੁੰਦਾ ਹੈ? ਮੰਨ ਲਓ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਫੌਜਾਂ ਨੂੰ ਕਿ ਅਮਕੇ ਮੁਲਕ ਤੇ ਤੁਸੀਂ ਚੜ੍ਹਾਈ ਕਰਨੀ ਹੈ। ਹੁਕਮ ਕਰਨ ਵਾਲਾ ਜਿਹੜਾ ਹੈ ਉਹ ਹੁਕਮ ਤੋਂ ਵੱਖ ਹੈ। ਹੁਕਮ ਦੀ ਪਾਲਣਾ ਕਰਨ ਵਾਲੇ ਮੈਦਾਨ ਵਿੱਚ ਲੜ ਰਹੇ ਨੇ, ਮਰ ਰਹੇ ਨੇ, ਤੇ ਜਿਹਨੇ ਹੁਕਮ ਕੀਤਾ ਸੱਚ ਇਹ ਉਹ ਵੱਖਰਾ ਆਪਣੇ ਘਰ ਵੀ ਟਿਕਿਆ ਹੈ। ਦੁਨਿਆਵੀ ਬਾਦਸ਼ਾਹ ਹੁਕਮ ਕਰਦਾ ਹੈ ਪਰ ਉਹ ਹੁਕਮ ਦੇ ਨਾਲ ਨਹੀਂ ਵਰਤਦਾ, ਉਹ ਹੁਕਮ ਕਰਕੇ ਵੱਖ ਹੋ ਜਾਂਦਾ ਹੈ। ਪਰ ਵਾਹਿਗੁਰੂ ਜੀ ਜਿੱਥੇ ਪਰਮਾਤਮਾ ਦਾ ਹੁਕਮ ਵਰਤਦਾ ਹੈ, ਯਾਦ ਰੱਖਿਓ ਉੱਥੇ ਵਾਹਿਗੁਰੂ ਜੀ ਆਪ ਵਰਤਦੇ ਨੇ। ਪਰਮਾਤਮਾ ਜੀ ਹੁਕਮ ਤੋਂ ਵੱਖ ਨਹੀਂ। ਇਸੇ ਕਰਕੇ ਗੁਰਦੇਵ ਨੇ ਦੋ ਸ਼ਬਦ ਚੁਣੇ, ਇੱਕ ਹੁਕਮ ਤੇ ਦੂਜਾ ਹੁਕਮੀ। ਅਸੀਂ ਥੋੜਾ ਜਿਹਾ ਜਪਜੀ ਸਾਹਿਬ ਚੋਂ ਲੈ ਲਈਏ ਜੀ, ਤੇ 3 ਪੌੜੀਆਂ ਦਾ ਪਾਠ ਕਰ ਲਈਏ। ਉਹ 3 ਪੌੜੀਆਂ ਹੁਕਮ ਦੀ ਵਿਆਖਿਆ ਨੇ ਜੀ, ਪਰ ਵਿਆਖਿਆ ਕਰਕੇ ਵੀ ਸਤਿਗੁਰੂ ਕਹਿੰਦੇ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ।
ਅਸੀਂ ਜਦੋਂ ਪਾਠ ਕਰਨੇ ਆ, ਸਤਿਗੁਰਾਂ ਨੇ ਪਹਿਲੀ ਪੌੜੀ ਵਿੱਚ 2 ਲਫ਼ਜ਼ ਵਰਤੇ ਅਰਬੀ ਵਾਲੇ, ਇੱਕ ਹੁਕਮ ਤੇ ਦੂਜਾ ਰਜ਼ਾ, ਜਿਹਨੂੰ ਰਜ਼ਾਈ ਮਹਾਰਾਜ ਜੀ ਨੇ ਕਿਹਾ, ਰਜ਼ਾ। ਹੁਣ ਦੇਖੋ, ਹੁਕਮ ਤੇ ਰਜ਼ਾਈ ਇਹ ਦੋਨੋਂ ਸ਼ਬਦ ਸਤਿਗੁਰ ਵਰਤੇ ਪਏ ਆ, ਪਰ ਇਹ ਜਿਹੜੀ ਪਹਿਲੀ ਪੌੜੀ ਦੀ ਅਖੀਰਲੀ ਤੋਕ ਹੈ ਨਾ, ਮੈਂ ਸੰਗਤ ਜੀ ਆਪਣੇ ਮਨ ਨੂੰ ਕਹਿਣਾ ਹੁਣਾ ਕਿ ਮਣਾ ਇਹ ਹੀ ਸਿੱਖ ਦਾ ਪਹਿਲਾ ਲੈਸਨ ਹੈ, ਇਹ ਹੀ ਇਹਦਾ ਅੰਤਲਾ ਲੈਸਨ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਾਡੀ ਸ਼ੁਰੂਆਤ ਵੀ ਹੁਕਮ ਮੰਨਣਾ ਹੈ, ਤੇ ਜਿਸ ਦਿਨ ਸਾਡੇ ਸਰੀਰ ਦਾ ਅੰਤ ਹੋਣਾ ਹੈ ਉਸ ਦਿਨ ਵੀ ਹੁਕਮ ਮੰਨਣਾ ਹੈ। ਇਹਨੂੰ ਇੱਕ ਲੋਭ ਹੋਰ ਲਫ਼ਜ਼ ਵਰਤਿਆ ਜਾਂਦਾ, ਭਾਣਾ, ਸਤਿਗੁਰਾਂ ਨੇ ਵਰਤਿਆ ਹੈ। ਤੇ ਮੈਂ ਹੋਰ ਬੇਨਤੀ ਕਰਾਂ, ਭਾਣਾ ਹੀ ਸਾਡਾ ਪਦਾਇਸ਼ ਕਰਦਾ ਹੈ ਤੇ ਭਾਣਾ ਹੀ ਸਾਡਾ ਅੰਤ ਕਰਦਾ ਹੈ। ਗੁਰੂ ਅਮਰਦਾਸ ਜੀ ਨੇ ਭਾਣਾ ਲਫ਼ਜ਼ ਟ੍ਰੈਜਡੀ ਲਈ, ਦੁਖਾਂਤ ਲਈ, ਮੌਤ ਲਈ ਨਹੀਂ ਵਰਤਿਆ। ਸਤਿਗੁਰਾਂ ਨੇ ਭਾਣਾ ਸ਼ਬਦ ਵੀ ਖੁਸ਼ੀ ਲਈ ਵੀ ਵਰਤਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਉਹਦਾ ਜਦੋਂ ਭਾਣਾ ਵਾਪਰਿਆ, ਭਾਣੇ ਦਰ ਤੇ ਜਦੋਂ ਕਰਤਾਰ ਨੂੰ ਭਾ ਗਿਆ, ਉਹਨੂੰ ਚੰਗਾ ਲੱਗਾ। ਭਾਣਾ ਜਨਮ ਵੀ ਹੈ ਤੇ ਭਾਣਾ ਮੌਤ ਵੀ ਹੈ। ਗੁਰਮੁਖੋ, ਹੁਕਮ ਸੁੱਖ ਵੀ ਹੈ, ਹੁਕਮ ਦੁੱਖ ਵੀ ਹੈ। ਹੁਕਮ ਦੇ ਵਿੱਚ ਜਨਮ ਵੀ ਹੈ, ਹੁਕਮ ਦੇ ਵਿੱਚ ਮੌਤ ਵੀ ਹੈ, ਹੁਕਮ ਦੇ ਵਿੱਚ ਮਾਨ ਵੀ ਹੈ, ਹੁਕਮ ਦੇ ਵਿੱਚ ਅਪਮਾਨ ਵੀ ਹੈ, ਹੁਕਮ ਦੇ ਵਿੱਚ ਸੁਕਰਮ ਵੀ ਹੈ, ਹੁਕਮ ਦੇ ਵਿੱਚ ਕੁਕਰਮ ਵੀ ਹੈ, ਹੁਕਮ ਦੇ ਵਿੱਚ ਪਾਪ ਵੀ ਹੈ ਤੇ ਹੁਕਮ ਦੇ ਵਿੱਚ ਪੁੰਨ ਵੀ ਹੈ। ਪਰ ਹੁਕਮ ਦੀ ਸਮਝ ਉਸ ਨੂੰ ਪੈਂਦੀ ਜਿਹਦੇ ਤੇ ਕਰਤਾਰ ਦੀ ਕਿਰਪਾ ਹੋਵੇ। ਦੇਖੋ, ਥੋੜ੍ਹੀਆਂ ਜਿਹੀਆਂ ਆਪਾਂ ਪੌੜੀਆਂ ਪੜ੍ਹੀਏ, ਸੌਖਾ ਮੈਂ ਕੋਈ ਨਾ ਕੋਈ ਸਾਖੀ ਰੂਪ ਆਪਾਂ ਲਾਂਗੇ, ਹੋਰ ਸੌਖਾ ਸਮਝ ਪੈ ਜਾਏਗਾ। ਅਸੀਂ ਪਾਠ ਕਰਨੇ ਆ ਜੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾਂ ਲੱਖ ਹੋਹੈ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਦੇਖੋ ਕਿਵੇਂ ਇਨਸਾਨ ਸਚਿਆਰ ਹੋਵੇ, ਕਿਵੇਂ ਕੂੜ ਦੀ ਪਾਲ ਟੁੱਟੇ। ਤੇ ਸਤਿਗੁਰਾਂ ਨੇ ਇਹ ਸਾਰੀਆਂ ਗੱਲਾਂ ਦਾ ਉੱਤਰ ਇੱਕ ਥਾਂ ਦੇ ਦਿੱਤਾ। ਜਿਹੜੀ ਅਵਸਥਾ ਕੇਵਲ ਇਸ਼ਨਾਨ ਨਾਲ ਨਹੀਂ ਮਿਲਦੀ, ਪੜ੍ਹਨ ਨਾਲ ਨਹੀਂ ਮਿਲਦੀ, ਸਿਆਣਪਾਂ ਨਾਲ ਨਹੀਂ ਮਿਲਦੀ, ਚੁੱਪ ਕੀਤਿਆਂ ਨਹੀਂ ਮਿਲਦੀ। ਕੂੜ ਦੀ ਪਾਲ ਉਦੋਂ ਟੁੱਟੇਗੀ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਾਂ, ਉਹਦੇ ਹੁਕਮ ਵਿੱਚ, ਜੋ ਉਹਦੀ ਰਜ਼ਾ ਵਿੱਚ ਲਿਖਿਆ ਗਿਆ, ਜੋ ਉਹਦੀ ਮਰਜ਼ੀ ਅਨੁਸਾਰ ਲਿਖਿਆ ਗਿਆ, ਮੇਰੇ ਮਨਾ ਸੌਖਾ ਤਰੀਕਾ, ਕਲਪਨਾ ਮੁੱਕ ਜਾਏਗੀ, ਡਿਪਰੈਸ਼ਨ ਮੁੱਕ ਜੂਗਾ, ਰੋਜ਼ ਪਿੱਟਣਾ ਸਿਆਪਾ ਮੁੱਕ ਜਾਏਗਾ। ਬਸ ਇੱਕੋ ਗੱਲ ਸਮਝ, ਆਪਣੀ ਮੈਂ ਨੂੰ ਛੱਡ ਕੇ ਉਹਦੇ ਹੁਕਮ ਵਿੱਚ ਚੱਲਣ ਲੱਗ ਪਓ। ਬਸ ਉਹਦੀ ਖਾਂ 'ਚ ਹਾਂ ਮਿਲਾਈ ਜਾ, ਕਿੱਡਾ ਵੱਡਾ ਸੁੱਖ ਹੈ। ਬੰਦਾ ਬੰਦੇ ਦੀ ਖਾਂ ਵਿੱਚ ਹਾਂ ਮਿਲਾਉਂਦਾ ਜੇ ਤੇ ਦੁਖੀ ਹੁੰਦਾ ਹੈ, ਜਿੱਦਣ ਕਰਤਾਰ ਦੀ ਖਾਂ ਵਿੱਚ ਹਾਂ ਮਿਲਾਏਗਾ ਸੁਖੀ ਰਹੇਗਾ। ਵੀ ਜੋ ਤੂੰ ਕਰ ਦਿਓ ਬਸ ਠੀਕ ਹੀ, ਜੇ ਆਪਾਂ ਤਾਂ ਮੰਨਣਾ ਹੀ ਹੈ। ਸਤਿਗੁਰਾਂ ਨੇ ਬਰਮਾਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਇੱਕ ਦੇਖੋ ਖੂਬਸੂਰਤੀ, ਦਾਸ ਕਈ ਵਾਰੀ 4 ਪੌੜੀਆਂ ਦੀ ਇਕੱਠੀ ਕਥਾ ਕਰਦਾ, ਸੰਗਤ ਤਕਰੀਬਨ ਹਰ ਥਾਂ ਲਾਈਵ ਸੁਣਦੀ ਹੋਏ ਜੀ। ਮੈਂ ਅੱਜ ਹੁਕਮ ਆਇਆ, ਮੈਂ ਤਾਂ ਇਹ ਵਿਆਖਿਆ ਦੁਹਰਾਉਣ ਲੱਗਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਹੁਕਮ ਕੀ ਹੈ? ਕਿ ਬਾਦਸ਼ਾਹ ਦੇ ਹੁਕਮ ਦੀ ਤਰ੍ਹਾਂ ਬਾਦਸ਼ਾਹ ਨੇ ਕਹਿ ਦਿੱਤਾ, ਮੰਨ ਲਓ ਵੀ ਇਸ ਜਗ੍ਹਾ ਦੇ ਉੱਤੇ ਮਹਿਲ ਬਣਾਉਣਾ ਹੈ, ਹੁਕਮ ਦੇ ਦਿੱਤਾ ਨਾ, ਪਰ ਮਹਿਲ ਬਣ ਗਿਆ। ਮਹਿਲ ਬਣਾਉਣ ਲਈ ਮਟੀਰੀਅਲ ਚਾਹੀਦਾ, ਇੰਜੀਨੀਅਰ ਚਾਹੀਦੇ ਨੇ, ਕਾਰੀਗਰ ਚਾਹੀਦੇ ਨੇ। ਪਿਆਰਿਓ, ਬਾਦਸ਼ਾਹ ਹੁਕਮ ਕਰਦਾ ਤੇ ਮਟੀਰੀਅਲ ਨਾਲ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੈ। ਪਰ ਵਾਹਿਗੁਰੂ ਜੀ ਦਾ ਹੁਕਮ ਐਸਾ ਹੈ, ਉਹਨੂੰ ਕਿਸੇ ਮਟੀਰੀਅਲ ਦੀ ਲੋੜ ਨਹੀਂ, ਬਸ ਇੱਕ ਹੁਕਮ ਕਰੇ ਤੇ ਕਰੋੜਾਂ ਬ੍ਰਹਮੰਡ ਸਿਰਜ ਦਿੰਦਾ ਹੈ। ਸਤਿਗੁਰਾਂ ਨੇ ਅੱਗੇ ਬਚਨ ਕੀਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਗਲੀ ਪੌੜੀ ਹੈ, ਹੁਕਮੀ ਹੋਵਨ ਆਕਾਰ। ਉਹਦੇ ਹੁਕਮ ਵਿੱਚ ਆਇਆ ਸਭ ਕੁਝ, ਹੁਕਮ ਵਿੱਚ ਹੀ ਜਾਣਾ ਹੈ। ਹੁਕਮੀ ਹੋਵਨ ਆਕਾਰ। ਪਰ ਨਾਲ ਕਿਹਾ ਭਾਈ, ਇੱਥੇ ਹੁਕਮੀ ਦਾ ਅਰਥ ਹੈ ਉਹਦੇ ਹੁਕਮ ਨਾਲ। ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਜਿਸ ਤਾਕਤ ਨਾਲ, ਜਿਸ ਹੁਕਮ ਨਾਲ ਇਹ ਸਭ ਕੁਝ ਸਿਰਜਿਆ। ਹੁਕਮੀ ਖੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਖੋਵਨ ਜੀ, ਆ ਜਿੰਨੀ ਵੀ ਚੇਤਨਾ ਜੀਵਾਂ ਦੀ, ਕੀੜੀ ਤੋਂ ਲੈ ਕੇ ਵਿਰਾਟ ਤੋਂ ਵਿਰਾਟ ਤੱਕ, ਇਹ ਸਾਰੇ ਉਹਦੇ ਹੁਕਮ ਵੀ ਚੇਤਨਾ ਹੈ। ਹੁਕਮੀ ਖੋਵਨ ਜੀ,
हुक्म मिले वडियाई, ਉਹਦੇ ਹੁਕਮ ਵਿੱਚ ਹੀ ਵਡਿਆਈਆਂ ਮਿਲਦੀਆਂ ਨੇ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ। ਦੇਖੋ ਕੱਲਾ ਹੁਕਮ ਦਾ ਵਰਤਾਰਾ ਹੈ ਜੀ, ਇਹ ਨਹੀਂ ਕੱਲਾ ਸੁਖ ਦੁੱਖ ਵੀ ਕਿਹਾ। ਮੇਰੀ ਬੇਨਤੀ ਹੈ, ਹੁਕਮ ਵਿੱਚ ਵਡਿਆਈ ਹੈ, ਹੁਕਮ ਵਿੱਚ ਜੀਵਨ ਹੈ, ਹੁਕਮ ਵਿੱਚ ਉੱਤਮ ਹੈ, ਹੁਕਮ ਵਿੱਚ ਨੀਚ ਹੈ, ਹੁਕਮ ਵਿੱਚ ਬਖਸ਼ਿਸ਼ ਹੈ, ਹੁਕਮ ਵਿੱਚ ਭਟਕਣਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕੋਈ ਚੀਜ਼ ਉਹਦੇ ਹੁਕਮ ਤੋਂ ਬਾਹਰ ਨਹੀਂ। ਹਰ ਵਸਤੂ ਹਰ ਗੱਲ ਹੁਕਮ, ਜੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਉਹ ਬੰਦਾ ਕਦੀ ਹੰਕਾਰ 'ਚ ਨਹੀਂ ਕਹਿੰਦਾ ਆਪੋਂ ਮੈਂ ਕੀਤਾ। ਜਿਹੜਾ ਹੁਕਮ ਨੂੰ ਸਮਝ ਲੈਂਦਾ ਪਿਆਰਿਓ, ਉਹ ਉਹਦੀ ਰਜ਼ਾ ਵਿੱਚ ਹੀ ਚੱਲਦਾ ਹੈ, ਉਹ ਹੁਕਮ ਅਦੂਲੀ ਨਹੀਂ ਕਰਦਾ। ਨਾਨਕ ਹੁਕਮ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਹੁਣ ਇੱਕ ਵਾਰ ਮੈਂ ਅਰਜ਼ ਕੀਤੀ ਵੀ ਜਿਹਨੇ ਹੁਕਮ ਬੁੱਝ ਲਿਆ ਉਹ ਸੰਸਾਰ ਵਿੱਚ ਰਹਿੰਦਾ ਹੈ। ਤਾਕਤ ਵੀ ਹੈ, ਦਾਤਾਂ ਵੀ ਨੇ, ਵਡਿਆਈਆਂ ਵੀ ਨੇ, ਵਿਦਵਤਾ ਵੀ ਹੈ। ਹੁਕਮ ਨੂੰ ਬੁੱਝਣ ਵਾਲਿਆਂ ਦਾ ਕਿਰਦਾਰ ਕੀ ਹੈ, ਉਹ ਅਗਲੀ ਪੌੜੀ ਵਿੱਚ ਸਤਿਗੁਰਾਂ ਨੇ ਕਿਹਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਜਿਸ ਨੂੰ ਪਰਮਾਤਮਾ ਜੀ ਤਾਕਤ ਦੇਣ, ਯਾਦ ਰੱਖਿਓ, ਹਉਮੈ ਵਾਲਾ ਕਹਿੰਦਾ ਤਾਕਤ ਮੇਰੀ, ਹੁਕਮ ਮੰਨਣ ਵਾਲਾ ਕਹਿੰਦਾ ਤਾਕਤ ਮੇਰੀ ਨਹੀਂ, ਤਾਕਤ ਤੇਰੀ। ਜਿੱਤ ਤੂੰ ਮੈਨੂੰ ਦੇ ਦਿੱਤੀ ਪਰ ਤੇਰੀ ਕਿਰਪਾ। ਤਾਕਤ ਵਾਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀ 1685 ਤੋਂ ਲੈ ਕੇ ਸਨ 1688 ਤੱਕ ਮਹਾਰਾਜ ਪੌਂਟਾ ਸਾਹਿਬ ਰਹੇ ਆ। ਤੇ ਆਪਣੀ ਬਾਣੀ ਸਤਿਗੁਰਾਂ ਨੇ ਪੌਂਟੇ ਦਾ ਜ਼ਿਕਰ ਵੀ ਕੀਤਾ ਹੈ। ਦੇਸ਼ ਚਾਲ ਖਮਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ। ਕਹਿੰਦੇ ਸੀ ਸ਼ਹਿਰ ਪਾਵਟੇ ਦੀ ਸੁਧ ਲਈ। ਕਈ ਵਿਦਵਾਨ ਫਿਰ ਇਹ ਵੀ ਕਹਿੰਦੇ ਆ ਕਿ ਪੌਂਟਾ ਪਹਿਲਾਂ ਮੌਜੂਦ ਸੀ। ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਅਨਕ ਭਾਂਤ ਕੇ ਪੇਕ ਤਮਾਸ਼ਾ, ਤੈਂ ਕੈ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਸ਼ ਬਹੁ ਭਾਂਤ ਬਿਦਾਰੇ, ਫਤਿਹ ਸ਼ਾਹ ਕੌਪਾ ਤਬ ਰਾਜਾ, ਲੋ ਪੜਾ ਹਮਸਿਓ ਬਿਨ ਕਾਜਾ। ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੋਇਆ ਜੀ ਗੁਰਮੁਖੋ, ਦੇਖੋ 20-21 ਸਾਲ ਦੀ ਆਰਬਲਾ ਹਜ਼ੂਰ ਦੀ ਮੈਂ ਸ਼ਬਦ ਵਰਤਾਂ, ਉਦ ਵੀ ਉਨੀ ਕੁ ਪਹਿਲਾ ਜੰਗ ਲੜਿਆ, ਮਹਾਰਾਜ ਜਿੱਤ ਕੇ ਆਏ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਉਹਦੇ ਵਿੱਚ ਸਤਿਗੁਰਾਂ ਦਾ ਇੱਕ ਬਚਨ ਜਿਹੜਾ ਪੜ੍ਹਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰਗ ਹਣੰਗ ਬਾਣ ਤਾਣੰਗ, ਸਭੈ ਵੀਰ ਧਾਏ ਸਰੋਗੰਗ ਚਲਾਏ, 100 ਕਰੋੜ ਰਾਇੰਗ ਵਾਹੇ ਕਾਲ ਘਾਇੰਗ। ਉਹਦੇ ਵਿੱਚ ਮਹਾਰਾਜ ਖਰੀ ਚੰਦ ਨੂੰ ਮਾਰਦੇ ਨੇ, ਜਿਹੜਾ ਗੁਰਦੇਵ ਦੇ ਉੱਤੇ 3 ਵਾਰ ਪਹਿਲਾਂ ਕਰਦਾ। ਚਲੋ ਫਿਰ ਕਿਸੇ ਦਿਨ ਡਿਟੇਲ ਨੂੰ। ਉੱਥੇ ਮਹਾਰਾਜ ਕਹਿੰਦੇ ਖਰੀ ਚੰਦ ਮਾਰੇ ਸੋ ਜੋਧਾ ਲਤਾਰੇ। ਖਰੀ ਚੰਦ ਨੂੰ ਤੀਰ ਦੇ ਨਾਲ ਮਾਰ ਦਿੱਤਾ। ਜਦੋਂ ਜਿੱਤ ਮਿਲੀ, ਇਹ ਹਉਮੈ ਸ਼ਬਦ ਨਹੀਂ ਕਿਹਾ, ਕਹਿਣ ਲੱਗੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਵਾਹਿਗੁਰੂ ਜੀ ਜਿੱਤ ਤੁਸਾਂ ਦਿੱਤੀ, ਇਹ ਤੇਰੀ ਤਾਕਤ ਨਾਲ ਜਿੱਤਾਂ ਮੇਰੀਆਂ ਨੇ, ਸਾਡੀ ਤਾਕਤ ਨਹੀਂ। ਬਸ ਆਹ ਹੀ ਇੱਕ ਨੁਕਤਾ ਹੈ। ਜੇ ਮੰਨ ਲਓ ਕੋਈ ਦੁਨਿਆਵੀ ਜੀਵ ਹੁੰਦਾ, ਉਹਨੇ ਛਾਤੀ ਠੋਕ ਕੇ ਕਹਿਣਾ ਸੀ ਆਪਣੇ ਤੀਰਾਂ ਨਾਲ ਆਪਣੀਆਂ ਫੌਜਾਂ ਨਾਲ ਜਿੱਤ ਕੇ ਆਇਆ। ਹਜ਼ੂਰ ਨੇ ਕਿਹਾ ਨਹੀਂ, ਕਰਤਾਰ ਦੀ ਕਿਰਪਾ ਨਾਲ ਜਿੱਤ ਹੋਈ ਹੈ। ਇਸੇ ਕਰਕੇ ਜੋ ਹੁਕਮ ਨੂੰ ਮੰਨਦਾ ਹੈ, ਉਸ ਦੇ ਤਾਨ ਨੂੰ ਗਾਉਂਦਾ, ਮੇਰੀ ਤਾਕਤ ਨਹੀਂ ਤੇਰੀ ਤਾਕਤ ਹੈ। ਬਸ ਇਹ ਮੇਰੀ ਅਰਜ਼ ਹੈ ਗੁਰਮੁਖੋ, ਜਿੱਦਣ ਬੰਦਾ ਤਾਕਤ ਲੈ ਕੇ ਇਹ ਸਮਝਦਾ ਮੇਰੀ ਤਾਕਤ, ਉਹਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਤਾਕਤ ਦੇ ਜਾਂਦਿਆਂ ਪਤਾ ਕੋਈ ਨਹੀਂ ਲੱਗਦਾ। ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਜੀ, ਗੁਰੂ ਗ੍ਰੰਥ ਸਾਹਿਬ 'ਚ। ਅਸੀਂ ਕਈ ਵਾਰੀ ਡਰ ਜਾਂਦੇ ਹਾਂ, ਨਹੀਂ ਮਨ ਕਹਿੰਦਾ ਹੈ ਆ ਫਲਾਣਾ ਬੰਦਾ ਆ ਗਿਆ ਜੀ, ਹੁਣ ਤਾਂ ਆਹ ਜ਼ੁਲਮ ਹੋਊਗਾ ਜੀ, ਹੁਣ ਤਾਂ ਹਾਲਾ ਕੌਮ ਦੀ ਹਾਲਤ ਆਹ ਹੋ ਜਾਣੀ ਆ, ਅੱਜ ਆਹ ਹੋ ਜਾਣਾ। ਇਹ ਗੱਲ ਸਿੰਘੋ ਧਿਆਨ 'ਚ ਰੱਖਿਓ, ਮੈਂ ਇਮੋਸ਼ਨਲ ਨਹੀਂ ਕਰ ਰਿਹਾ। ਇੱਥੇ ਬੜੇ ਆਏ, ਬੜਿਆਂ ਨੇ ਚਲਾ ਜਾਣਾ। ਇੱਕ ਦਿਨ ਦੇ ਵਿੱਚ ਵੱਡੇ ਘੱਲੂ ਘਾਰੇ ਦੇ ਵਿੱਚ ਪੌਣੀ ਕੌਮ ਸ਼ਹੀਦ ਕਰ ਦਿੱਤੀ ਗਈ। ਪਰ ਅੱਜ ਫਿਰ ਸਤਿਗੁਰਾਂ ਦੀ ਕਿਰਪਾ ਹੈ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਤਾਕਤ ਬੰਦਾ ਆਪਣੇ ਨਾਲ ਨਾ ਜੋੜੇ। ਜਿੱਦਣ ਆਪਣੇ ਨਾਲ ਜੋੜੇਗਾ ਉਦਣ ਤਾਕਤ ਦਾ ਪਤਨ ਹੈ। ਜਿੱਦਣ ਤਾਕਤ ਲੈ ਕੇ ਦਾਸ ਬਣ ਕੇ ਤਾਕਤ ਦਾ ਮਾਲਕ ਰੱਬ ਨੂੰ ਸਮਝੇ, ਬੰਦੇ ਦੀ ਕਦੀ ਹਾਰ ਨਹੀਂ ਹੁੰਦੀ। ਪਰ ਜਿਹੜਾ ਇਹ ਕਹਿੰਦਾ ਜੀ ਮੈਂ ਤਾਕਤ ਵਾਲਾ, ਤੇ ਗੁਰੂ ਸਾਹਿਬ ਕਹਿੰਦੇ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ 3 ਨੱਕ ਨੱਥਾਂ ਪਾਏ। ਜਿਹੜੇ ਬੰਦੇ ਅਸਮਾਨ ਨੂੰ ਟਾਕੀਆਂ ਲਾਉਂਦੇ ਸਨ, ਰੱਬ ਨੇ ਉਹਨਾਂ ਨੂੰ ਵੀ ਨਕੇਲ ਪਾ ਦਿੱਤੀ। ਮੈਂ ਸਿਰਫ ਵਿਸ਼ੇ ਤੋਂ ਦੂਰ ਨਾ ਜਾਵਾਂ। ਪਹਿਲਾ ਸ਼ਲੋਕ ਸੀ ਹੁਕਮ।
इस करके उसकी डिटेल च आपां गल कर रहे हैं। नानक हुक्मै जे बुझै तां कौमै, कहे न कोई, गावै को ताण, होवै किसै ताण। ਜਿਹੜਾ ਹੁਕਮ ਮੰਨਦਾ ਉਹ ਦਾਤ ਨੂੰ ਕਹਿੰਦਾ ਤੇਰੀ ਰਹਿਮਤ ਦੀ ਨਿਸ਼ਾਨੀ ਹੈ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਇਹ ਤੁਸੀਂ ਦਾਤ ਜਿਹੜੀ ਦਿੱਤੀ ਤੇਰੀ ਰਹਿਮਤ ਹੈ, ਨਿਸ਼ਾਨੀ ਹੈ ਤੁਹਾਡੀ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਸੋਹਣੀਆਂ ਵਡਿਆਈਆਂ ਕਰ ਰਿਹਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਸੋਹਣੇ ਗ੍ਰੰਥ ਡੂੰਘੇ ਪੜ੍ਹ ਕੇ ਵਿਖਮ ਵਿਚਾਰ ਕਰ ਰਿਹਾ। ਗਾਵੈ ਕੋ ਸਾਜ ਕਰੇ ਤਨ ਖੇ, ਕੋਈ ਇਸ ਕਰਕੇ ਗਾ ਰਿਹਾ ਤਨ ਬਣਦਾ ਇੱਕ ਦਿਨ ਹੀ ਖਤਮ ਹੋ ਜਾਣਾ। ਗਾਵੈ ਕੋ ਜੀ ਲੈ ਫਿਰ ਦੇ, ਤਨ ਵਿੱਚੋਂ ਸਰੀਰ ਵਿੱਚੋਂ ਜਿੰਦ ਲੈ ਲਈ, ਉਹਨੂੰ ਦੁਬਾਰੀ ਬੋਡੀ ਦੇ ਦਿੱਤੀ, ਫਿਰ ਦੇ ਉਹਨੂੰ ਫਿਰ ਸਰੀਰ ਦੇ ਦਿੱਤਾ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਈ ਖਾਏ। ਅੱਗੇ ਕੀ ਹੈ ਜੀ? ਹੁਕਮੀ ਹੁਕਮ ਚਲਾਏ ਰਾਹੋ। ਇਹ ਤਾਂ ਮੈਂ ਬੇਨਤੀ ਕੀਤੀ ਜਦੋਂ ਅਸੀਂ ਦੂਜੀ ਪੌੜੀ ਪੜ੍ਹੀ ਸੀ ਨਾ ਜੀ, ਹੁਕਮੀ ਹੋਵਣ ਆਕਾਰ, ਉੱਥੇ ਹੁਕਮੀ ਦਾ ਅਰਥ ਸੀ ਵਾਹਿਗੁਰੂ ਜੀ ਦਾ ਹੁਕਮ। ਹੁਣ ਇੱਥੇ ਦੋਨੋਂ ਇਕੱਠੇ ਆ ਗਏ। ਹੁਕਮੀ ਹੁਕਮ ਚਲਾਏ ਰਾਹੋ, ਇੱਥੇ ਹੁਕਮ ਦਾ ਅਰਥ ਵਾਹਿਗੁਰੂ ਜੀ ਦਾ ਹੁਕਮ ਨਹੀਂ, ਇੱਥੇ ਹੁਕਮੀ ਦਾ ਅਰਥ ਹੈ ਹੁਕਮ ਕਰਨ ਵਾਲਾ ਪਰਮਾਤਮਾ ਜੀ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਕਿ ਉਹ ਕਰਤਾ ਪੁਰਖ ਹੁਕਮ ਦਾ ਮਾਲਕ ਆਪ ਹੈ। ਗੁਰਮੁਖੋ ਸਤਿਗੁਰਾਂ ਨੇ ਥਾਂ ਥਾਂ ਤੇ ਕਿਹਾ ਹੁਕਮ ਵਿੱਚ ਰਹੋ, ਚੰਗਾ ਮੰਦਾ ਸਭ ਕੁਝ ਉਹਦੀ ਖੇਡ ਹੈ। ਪਰ ਹੁਕਮ ਵੀ ਤੁਸੀਂ ਕਿਰਪਾ ਕਰੋ ਤਾਂ ਮੰਨਿਆ ਜਾਂਦਾ ਹੈ ਨਾ। ਮਨ ਕੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁਖ ਪਾਈਐ ਰੇ। ਆਪਣੇ ਮਨ ਦੀ ਮਤ ਨੂੰ ਛੱਡ ਦੇ, ਉਹਦੇ ਹੁਕਮ ਚੱਲ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ, ਜੈ ਜੈ ਰੱਖੈ ਆਪ ਤੈਂ ਜਾਏ ਖੜੋਵਣਾ। ਹੁਕਮ 'ਚ ਮੂਰਖ ਨਹੀਂ ਸਮਝਦਾ ਹੁਕਮ ਨੂੰ। ਗੁਰੂ ਸਾਹਿਬ ਦਾ ਬਚਨ ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ। ਸਭ ਕੁਝ ਤੇਰੀ ਰਜ਼ਾ 'ਚ ਹੈ, ਅਸੀਂ ਤਾਂ ਕਰੀਏ ਜੇ ਸਾਡੇ ਕੋਲ ਕਰਨ ਦੀ ਸਮਰੱਥਾ ਹੋਵੇ। ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਜਿਉਂ ਭਾਵੈ ਤਿਵੇਂ ਬਖਸ਼, ਜਿਵੇਂ ਤੈਨੂੰ ਚੰਗਾ ਲੱਗਦਾ ਤੁਸੀਂ ਬਖਸ਼ ਲਓ। ਕਿਰਪਾ ਕਰੋ ਹੁਕਮੀ ਜੀ, ਸਾਨੂੰ ਹੁਕਮ ਵਿੱਚ ਚੱਲਣ ਦੀ ਰਹਿਮਤ ਦੇ ਦਿਓ। ਧੰਨ ਗੁਰੂ ਅਮਰਦਾਸ ਜੀ ਨੇ ਜੀ ਇਹੀ ਬਖਸ਼ਿਸ਼ ਕੀਤੀ ਕਿ ਉਸ ਦਾ ਹੁਕਮ। ਇੱਕ ਹੋਰ ਬੇਨਤੀ ਥੋੜੀ ਜੀ ਕਰ ਜਾਂ। ਸਤਿਗੁਰਾਂ ਨੇ ਬੜੇ ਉਦਾਹਰਨਾਂ ਲਈਆਂ ਹੁਕਮ ਨੂੰ ਸਮਝਾਉਣ ਲਈ। ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ, ਉਸ ਵਿੱਚ ਇੱਕ ਸ਼ਲੋਕ ਹੈ ਕਿ ਬਾਰਿਸ਼ ਬਹੁਤ ਜ਼ਿਆਦਾ ਪਈ, ਬੜਾ ਮੀਂਹ ਪਿਆ। ਆਪਾਂ ਜਦੋਂ ਇਹ ਕੁਝ ਹੁੰਦਾ ਆਪਾਂ ਕਹਿੰਦੇ ਹਾਂ ਰੱਬ ਦੀ ਕਰੋਪੀ, ਬਹੁਤ ਕੋਈ ਲੋਕ ਸ਼ਬਦ ਵਰਤਦੇ। ਇੰਨਾ ਮੀਂਹ ਪਿਆ, ਇੰਨੀ ਬਾਰਿਸ਼ ਪਈ ਕਿ ਦਰਿਆ ਐਂ ਕਿਨਾਰਿਆਂ ਨੂੰ ਤੋੜੀ ਜਾ ਰਿਹਾ। ਤੇ ਆਪ ਨੂੰ ਪਤਾ ਜਦੋਂ ਦਰਿਆ ਵਿੱਚ ਹੜ੍ਹ ਆਉਂਦਾ ਜਾਂ ਨਦੀਆਂ ਵਿੱਚ ਹੜ੍ਹ ਆਉਂਦਾ, ਬਰਸਾਤੀ ਨਦੀਆਂ ਫਿਰ ਧਰਤੀ ਦੇ ਵਿੱਚੋਂ ਵਿੱਚ ਢਾਹ ਲਾ ਕੇ, ਕਈ ਵਾਰੀ ਬੰਦਾ ਉੱਤੋਂ 20-25 ਫੁੱਟ ਇੰਜ ਲੱਗਦਾ ਧਰਤੀ ਬਿਲਕੁਲ ਠੀਕ ਹੈ, ਥੱਲਿਓਂ ਪਾਣੀ ਵੱਜ ਕੇ ਢਾਹ ਲਾ ਕੇ ਧਰਤੀ ਦਾ ਸਾਰਾ ਕੁਝ ਮਿੱਟੀ ਖਿੱਚਲ ਜਾਂਦਾ। ਬਸ ਇੱਕੋ ਦਮ 100 ਫੁੱਟ ਧਰਤੀ ਫਿਰ ਥੜਾ ਕਰਕੇ ਪਾਣੀ ਦੇ ਵਿੱਚ ਡਿੱਗਦੀ। ਉਹਨੂੰ ਕਹਿੰਦੇ ਦਰਿਆ ਨੇ ਢਾਹ ਲਾ ਦਿੱਤੀ। ਬਾਬਾ ਫਰੀਦ ਸਾਹਿਬ ਨੇ ਦਰਿਆ ਢਾਹ ਲਾਉਂਦਾ ਪਿਆ, ਇੰਨਾ ਕੁ ਤੋੜਦਾ ਪਿਆ ਕਿਨਾਰਿਆਂ ਨੂੰ ਕਿ ਸਾਹਮਣੇ ਪਿੰਡ ਹੈ ਤੇ ਪਿੰਡ ਪਾਣੀ ਦੇ ਵਿੱਚ ਰੁੜ ਜਾਣਾ ਹੈ। ਦਰਿਆ ਵਿੱਚ ਲੱਗਦਾ ਇਹ ਪਿੰਡ ਰੁੜ ਜਾਊਗਾ। ਕਿਸੇ ਕਿਹਾ ਦਰਵੇਸ਼ ਕਿ ਅੱਲਾ ਦੇ ਪਿਆਰੇ ਇਸ ਦਰਿਆ ਦਾ ਰੁੱਖ ਮੋੜ ਦੇ, ਇਹਦਾ ਮੁਹਾਣਾ ਮੋੜ ਦੇ। ਉੱਥੇ ਬਾਬਾ ਜੀ ਨੇ ਦਰਿਆ ਨਾਲ ਗੱਲਾਂ ਕੀਤੀਆਂ। ਮੈਂ ਸੱਚ ਕਹਿਣਾ ਕਿ ਸਮਝਾਉਣ ਵਾਸਤੇ ਰਜ਼ਾ ਕੀ ਹੈ। ਹੁਣ ਇਹ ਵੀ ਮਨ ਚ ਆਵੇਗਾ ਦਰਿਆ ਬੋਲਦਾ, ਤੇ ਮੈਂ ਇੱਕ ਵਾਰ ਕਿਹਾ ਸੀ ਕੋਇਲ ਤਾਂ ਅਸੀਂ ਸਾਰੇ ਸੁਣਨੇ ਹਾਂ ਜੀ। ਜਦੋਂ ਕੋਇਲ ਅੰਬਾਂ ਤੇ ਬੋਲਦੀ ਏ ਅਸੀਂ ਸਾਰੇ ਸੁਣਨੇ ਹਾਂ, ਪਰ ਆ ਸਾਡੇ ਨਾਲ ਗੱਲਾਂ ਨਹੀਂ ਕਰਦੀ। ਬਾਬਾ ਫਰੀਦ ਸਾਹਿਬ ਨਾਲ ਤਾਂ ਗੱਲ ਕਰਦੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਵਸ਼ਚਨ ਤੂੰ ਕਾਲੀ ਕਿਉਂ ਹੈ? ਕਹਿੰਦੀ ਆਪਣੇ ਪ੍ਰੀਤਮ ਕੈ ਹੋਂ ਬਿਰਖ ਹੈ ਜਾਲੀ। ਮੈਂ ਆਪਣੇ ਪਿਆਰੇ ਦੇ ਵਿਜੋਗ ਵੀ ਸੜੀ ਹਾਂ। ਇਹਦਾ ਮਤਲਬ ਕੋਇਲ ਹਾਲਾਂ ਸ਼ਬਦ ਬਾਬਾ ਜੀ ਦਾ ਉੱਤਰ ਦੇ ਰਿਹਾ।
ਹੁਣ ਉੱਥੇ ਸਲੋਕ ਹੈ, ਦਰਿਆ ਨੂੰ ਕਹਿ ਰਹੇ ਨੇ ਕਿ ਤੂੰ ਨਾ ਕਿਨਾਰਿਆਂ ਨੂੰ ਢਾ, ਨਾ ਤੂੰ ਖੜ ਅੱਗੇ ਪਾਣੀ ਵਧਾ, ਤੈਨੂੰ ਲੇਖਾ ਦੇਣਾ ਪੈਣਾ। ਤੂੰ ਕੰਧੀ ਨੂੰ ਧਾਰਿਆ ਹੈ, ਅੱਗੋਂ ਦਰਿਆ ਉੱਤਰ ਦਿੰਦਾ, ਰੱਬ ਦੇ ਦਰਵੇਸ਼ ਮੇਰੀ ਆਪਣੀ ਮਰਜ਼ੀ ਥੋੜਾ, ਮੈਂ ਆਪਣੇ ਆਪ ਨਹੀਂ ਚੱਲਦਾ। ਜਿੱਧਰ ਮੇਰੇ ਸਾਈਂ ਦਾ ਹੁਕਮ ਹੈ ਮੈਂ ਉਧਰ ਨੂੰ ਹੀ ਪਰਵਾਹ ਲੈ ਕੇ ਤੁਰ ਪੈਣਾ, ਆਪਣੀ ਮਰਜ਼ੀ ਨਾਲ ਤੇ ਮੈਂ ਚੱਲ ਹੀ ਨਹੀਂ ਸਕਦਾ। ਇੱਥੇ ਸਮਝਾਉਣ ਦਾ ਮਤਲਬ ਇਹ ਸੀ ਕਿ ਲੋਕੋ, ਏਡੇ ਵੱਡੇ ਦੁੱਖ ਵਿੱਚ ਵੀ ਰੱਬ ਦੀ ਰਜ਼ਾ ਨੂੰ ਮੰਨ ਲੈਣਾ ਚਾਹੀਦਾ ਹੈ। ਬਾਬਾ ਸਾਹਿਬ ਦਾ ਬਚਨ ਹੈ, ਕੰਧੀ ਵਹਿਣ ਨਾ ਢਾਏ, ਕੰਧੀ ਵਹਿਣ ਨਾ ਢਾਏ, ਤਉ ਪੀ ਲੇਖਾ ਦੇਵਣਾ। ਇਹ ਦਰਿਆ ਤੈਨੂੰ ਲੇਖਾ ਦੇਣਾ ਪਏਗਾ। ਤੇ ਦਰਿਆ ਕਹਿ ਰਿਹਾ, ਜਿੱਧਰ ਰੱਬ ਰਜ਼ਾਏ, ਜਿੱਧਰ ਵਾਹਿਗੁਰੂ ਦੀ ਰਜ਼ਾ ਹੁਕਮ ਹੈ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ, ਮੈਂ ਆਪਣੇ ਆਪ ਨਹੀਂ, ਜਿੱਧਰ ਉਹਦਾ ਪਰਵਾਹ ਮੈਂ ਉੱਥੇ ਚਲੀ ਜਾ ਰਿਹਾ। ਮੈਂ ਆਪ ਨੂੰ ਫਿਰ ਅਰਜ਼ ਕਰਾਂ ਕਿ ਹੁਕਮ ਵਿੱਚ, ਸਭ ਵਿੱਚ ਹੁਕਮ ਵਿੱਚ ਆ ਰਿਹਾ ਹੈ, ਸਭ ਕੁਝ ਹੁਕਮ 'ਚ ਜਾ ਰਿਹਾ ਹੈ, ਪਰ ਅਗਿਆਨੀ ਬੰਦਾ, ਹੰਕਾਰੀ ਬੰਦਾ ਹੁਕਮ ਨੂੰ ਬੰਨਣ ਦੀ ਥਾਂ ਆਪਣੀ ਖੌਮੇ ਨੂੰ ਮਨਾਉਂਦਾ ਹੈ। ਉਹ ਆਂਦਾ ਮੈਂ ਹੀ ਸਭ ਕੁਝ ਕੀਤਾ, ਮੈਂ ਕਰਨ ਵਾਲਾ ਹਾਂ। ਮੇਰੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਮੈਂ ਇੱਕ ਉਦਾਹਰਨ ਉਹਨਾਂ ਦੀ ਹੋਰ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਵਾਹਿਗੁਰੂ ਜੀ ਇੰਨਾ ਕੁਝ ਸਿਰਜਦੇ ਨੇ, ਆ ਇੰਨਾ ਕੁਝ ਬਣਿਆ ਪਿਆ ਜੀ, ਤਾਰੇ ਮੰਡਲ ਸਿਆਰੇ ਸਾਰੇ ਬ੍ਰਹਮੰਡ। ਤੇ ਜਿੱਦਣ ਉਸ ਜੀ ਦੀ ਮੌਤ ਆਈ ਨਾ, ਮੇਰੇ ਪਰਮੇਸ਼ਵਰ ਜੀ ਦੀ, ਜਿੰਨਾ ਕੁਝ ਬਣਿਆ ਬਣਾਇਆ ਸਭ ਕੁਝ ਐ ਇੱਕ ਖਿੰਨ ਦੇ ਵਿੱਚ ਸਾਰਾ ਕੁਝ ਸੁੰਗੜ ਜਾਣਾ। ਜਿਹੜਾ ਫੈਲਾਓ ਹੈ ਨਾ ਅੱਜ ਕੱਲ੍ਹ, ਚਲੋ ਬੜੀ ਗੱਲ ਚੱਲਦੀ ਚਰਚਾ ਬਲੈਕ ਹੋਲ ਦੀ, ਕਿ ਬਲੈਕ ਹੋਲ ਹੈ ਇੱਕ ਹਨੇਰਾ ਖਾਲੀ ਜਗ੍ਹਾ। ਆ ਧਰਤੀ ਕੀ, ਆ ਜਿੰਨੀ ਸ੍ਰਿਸ਼ਟੀ ਦਿਸਦੀ ਪਈ ਨਾ, ਸਾਰੀ ਬਲੈਕ ਹੋਲ ਦੇ ਵਿੱਚ ਖਿੰਨ ਦੇ ਵਿੱਚ ਸਮਾ ਜਾਣੀ, ਪਤਾ ਨਹੀਂ ਲੱਗਣਾ। ਇਹੋ ਜਿਹਾ ਹੋਲ ਹੈ, ਇਹੋ ਜਿਹੀ ਡੂੰਘਾਈ ਹੈ ਕਿ ਉਹਦੇ ਵਿੱਚ ਸਭ ਕੁਝ ਸਮਾ ਜਾਣਾ। ਤੇ ਮੈਂ ਕਈ ਵਾਰੀ ਸੋਚਣਾ, ਬਲੈਕ ਹੋਲ ਪੈਦਾ ਕਰਨ ਵਾਲਾ ਕੌਣ ਹੈ, ਕਿਹੜੀ ਉਹ ਤਾਕਤ ਹੈ? ਉਸ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਫੈਲਾਓ ਹੈ, ਤੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਭ ਕੁਝ ਸੁੰਗੜ ਜਾਣਾ ਹੈ। ਜਿਹਨੂੰ ਆਪ ਜੀ ਰੋਜ਼ ਬੇਨਤੀ ਚੌਪਈਸਾ ਵਿੱਚ ਪੜ੍ਹਦੇ ਹੋ, ਜਬ ਉਦਕਰਕ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਕ ਕਰਤ ਹੂੰ ਕਬੂ ਖਿੱਚੋਗੇ ਜਦੋਂ। ਦੋ ਸ਼ਬਦ ਨੇ, ਉਦਕਰਕ ਤੇ ਆਕਰਖ। ਉਦਕਰਖ ਦਾ ਅਰਥ ਹੈ ਫੈਲਾਣਾ, ਤੇ ਆਕਰਖ ਦਾ ਅਰਥ ਹੈ ਫੈਲੇ ਹੋਏ ਨੂੰ ਖਿੱਚ ਲੈਣਾ, ਆਪਣੇ ਵਿੱਚ ਸਮਾ ਲੈਣਾ। ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰ ਤਬ ਦੇ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਿੰਨੇ ਪੈਦਾ ਹੋਏ ਨੇ ਨਾ, ਤੇਰੇ ਹੁਕਮ ਵਿੱਚ, ਤੇਰੇ ਵਿੱਚ ਹੀ ਸਮਾ ਜਾਣੇ ਨੇ। ਮੈਂ ਥੋੜ੍ਹੀ ਜਿਹੀ ਇੱਕ ਅਰਜ਼ ਕਰਾਂ। ਸਤਿਗੁਰੂ ਜੀ ਮਾਛੀਵਾੜੇ ਆਏ, ਆਪਾਂ ਗੁਰਦੁਆਰਾ ਚਰਨ ਕਮਲ ਸਾਹਿਬ ਦਰਸ਼ਨ ਕਰਨੇ ਆ ਜੀ, ਜਿੱਥੇ ਹਜ਼ੂਰ ਨੇ ਸਾਈਂ ਨੂੰ ਸੱਦ ਦਿੱਤਾ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਭੱਟ ਖੇੜਿਆਂ ਦਾ ਰਹਿਣਾ। ਜਦੋਂ ਸਤਿਗੁਰੂ ਮਾਛੀਵਾੜੇ ਆਏ ਆ, ਮੈਂ ਸਿਰਫ ਇੱਕ ਛੋਟੀ ਜਿਹੀ ਉਦਾਹਰਨ ਕਿ ਹੁਕਮ ਦੀ ਖੇਡ ਕਹਿਣਾ ਬਹੁਤ ਸੌਖਾ ਹੈ। ਜੇ ਹੁਕਮ ਮੰਨਣ ਵਾਲਾ ਕੋਈ ਪੈਗੰਬਰ ਦੇਖਣਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਰਜ਼ਾ ਨੂੰ ਕਿਵੇਂ ਸਵੀਕਾਰ ਕੀਤਾ। ਕਵੀ ਸੈਨਾਪਤ ਜੀ ਨੇ ਸ੍ਰੀ ਗੁਰੂ ਸ਼ੋਭਾ ਗ੍ਰੰਥ ਵਿੱਚ ਲਿਖਿਆ ਹੈ, ਉਹ ਕਹਿੰਦਾ ਹੈ, ਗੁਰੂ ਸਾਹਿਬ ਨੂੰ ਸ਼ਬਦ ਨਿਰੰਕਾਰ ਵਰਤਦਾ ਅਕਸਰ ਆਪਣੀ ਰਚਨਾ 'ਚ। ਉਹ ਲਿਖਦੇ ਨੇ ਕਿ ਨਿਰੰਕਾਰ ਦੀ ਇਸ ਗਤੀ ਨੂੰ, ਅਪਾਰ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਨਿਰੰਕਾਰ ਜਦੋਂ ਆਕਾਰ ਬਣਾਉਂਦਾ ਹੈ ਤੇ ਵਾਹਿਗੁਰੂ ਜੀ ਸਭ ਕੁਝ ਸਿਰਜ ਦਿੰਦੇ ਨੇ, ਉਦੋਂ ਸਿਰਜਦਿਆਂ ਉਹਨਾਂ ਨੂੰ ਖੁਸ਼ੀ ਕੋਈ ਨਹੀਂ, ਤੇ ਜਿੱਦਣ ਸਿਰਜੇ ਹੋਏ ਨੂੰ ਸਮੇਟ ਦਿੰਦੇ ਨੇ ਉਦੋਂ ਉਹਨਾਂ ਨੂੰ ਦੁੱਖ ਕੋਈ ਨਹੀਂ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖ ਹੈ ਰਜ਼ਾ ਤੇ ਹੁਕਮ ਦੀ ਖੇਡ, ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ। ਕਦੀ ਤੁਸੀਂ ਕਿਲੇ ਬਣਾਏ, ਘੋੜੇ, ਇਹ ਨਗਾਰੇ, ਫੌਜਾਂ, ਦਲ, ਕਿੰਨਾ ਕੁਝ ਬਣਾਇਆ, ਕਿੰਨੀਆਂ ਰਹਿਮਤਾਂ ਕੀਤੀਆਂ, ਕਵੀ ਦਰਬਾਰ ਲਾਏ। ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ, ਸਭੈ ਤਿਆਗ ਛਿਨ ਮੈਂ ਦਿਓ ਰਹਿ ਸੋ ਏਕ ਅੰਕਾਰ। ਜਿਵੇਂ ਨਿਰੰਕਾਰ ਬਣਾ ਵੀ ਦਿੰਦਾ ਹੈ ਤੇ ਸਮੇਟ ਵੀ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਆਇਓ, ਜੋ ਕੁਝ ਬਣਾਇਆ
सब कुछ समेटिया गया, समेटन तो बाद अपने आनंद विच बैठे होए। मैं इस करके अर्ज की जी अज थोड़ा जिहा जोर हुक्म जिहड़ा है इनू स्वीकार कर लेना चाहिए है। रो के कोई कर लै तो कोई खिड़े मत्थे कर लै, करना तो पैना है जी। जिस ठाकुर से ना ही चारा ताको कीजा सद नमस्कारा, मनन भी सुख है। इसे करके गुरुदेव ने कले ये तो कवियां दे बोल ने, पर धन गुरु गोबिंद सिंह जी का अपना बचन है। औरंगजेब तुरा गर नजर हस्त बर लश्कर वाजार, औरंगजेब तुरा गर नजर हस्त बर लश्कर वाजार, तेरी नज़र फौज ते पैसे ते है, मारा नगा अस्त यजदा शुकर, मेरी नज़र रब दे शुकराने दे उत्ते है। इस सलोक विच सतगुरु गुरु अमरदास जी ने बख्शिश की कि हुक्म विच आ रहे हैं, हुक्म भी जाना है। मनमुख बंदा खौमे विच वरतदा है, उस मूर्ख नूं पता नहीं कि हुक्म की खेड वापरदी है। तो महाराज कहते ने कि जिहड़ा बंदा हुक्म नूं मन लवे, बुझ लवे, समझो उस उपर करतार की किरपा। इउं कह ला जिस उपर करतार की किरपा वो हुक्म नूं समझदा है।